हाँ जी, स्वागत है जी ਤੁਹਾਡਾ ਇੱਕ ਵਾਰੀ ਫਿਰ ਤੋਂ ਸਾਡੇ ਚੈਨਲ ਸਿਟੀ ਕੰਪਿਊਟਰ ਦੇ ਵਿੱਚ। ਤੁਸੀਂ ਹੁਣ ਦੇ ਸੈਸ਼ਨ 'ਚ ਸਿੱਖ ਰਹੇ ਹੋ ਜੀ ਮਾਈਕਰੋਸਾਫਟ ਐਕਸਲ ਤੇ ਮਾਈਕਰੋਸਾਫਟ ਐਕਸਲ ਦੇ ਵਿੱਚ ਪਿਛਲੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਜੀ ਦੋ ਅਲੱਗ-ਅਲੱਗ ਪਾਰਟ। ਮਤਲਬ ਇੱਕ ਵੀਡੀਓ ਦੇ ਵਿੱਚ ਆਪਾਂ ਇੱਥੇ ਤੱਕ ਪਾਰਟ ਬਣਾਇਆ ਸੀ, ਦੂਜੀ ਦੇ ਵਿੱਚ ਆਪਾਂ ਕੰਡੀਸ਼ਨਲ ਫਾਰਮੈਟਿੰਗ, ਫਾਰਮੈਟ ਟੇਬਲ ਤੇ ਸੈੱਲ ਸਟਾਈਲ ਕਰਿਆ ਸੀ। ਤੇ ਅੱਜ ਦੀ ਵੀਡੀਓ ਹੈ ਜਿਹੜੀ ਸਾਡੀ ਉਹ ਹੈਗੀ ਜੀ ਫਾਰਮੂਲਾ ਕਿਵੇਂ ਲੱਗਦਾ। ਫਾਰਮੂਲੇ ਦੇ ਵਿੱਚ ਸਾਡੇ ਕੋਲ ਮੇਨ ਫਾਰਮੂਲੇ ਹੁੰਦੇ ਆ ਜੀ ਪਲੱਸ ਦਾ, ਮਾਈਨਸ ਦਾ, ਤਕਸੀਮ ਦਾ ਤੇ ਦੈਨ ਗੁਣਾ ਤੇ ਜਿਹਨੂੰ ਮਲਟੀਪਲਾਈ ਔਰ ਡਿਵਾਈਡ ਵੀ ਆਪਾਂ ਕਹਿੰਦੇ ਆ। ਸੋ ਇਹ ਚਾਰ ਫਾਰਮੂਲੇ ਹੋਰ ਵੀ ਕਾਫੀ ਹੁੰਦੇ ਆ, ਪਰ ਬੇਸਿਕਲੀ ਆਮ ਤੌਰ ਤੇ ਜਿਹੜੇ ਹਿਸਾਬ ਦੇ ਵਿੱਚ ਮੇਨ ਫਾਰਮੂਲੇ ਵਰਤੇ ਜਾਂਦੇ ਆ। ਤੇ ਫਾਰਮੂਲਾ ਵਰਤਣ ਦੇ ਲਈ ਜਾਂ ਕਰਨ ਦੇ ਲਈ ਸਾਡੇ ਕੋਲ ਜੇ ਆਪਾਂ ਕੋਈ ਵੈਲਿਊ ਲਿਖਦੇ ਆ, ਫੋਰ ਐਗਜ਼ਾਮਪਲ ਆਪਾਂ ਕਿਸੇ ਵੀ ਲਿਖੀਏ, ਏ 'ਚ ਲਿਖੀਏ, ਵੀ 'ਚ ਲਿਖੀਏ, ਸੀ ਜਾਂ ਡੀ, ਜੋ ਵੀ ਤੁਸੀਂ ਚੂਜ਼ ਕਰ ਸਕਦੇ ਹੋ। ਉੱਪਰ ਕੋਈ ਸਪੇਸ ਛੱਡਣੀ ਆ ਤੁਹਾਡੀ ਮਰਜ਼ੀ ਹੈ। ਅਗਰ ਸਿਰੇ ਤੋਂ ਲਿਖਣਾ ਤਾਂ ਸਿਰੇ ਤੋਂ ਲਿਖ ਦਿਓ, ਅਗਰ ਇੱਦਾਂ ਕਰਕੇ ਵਿੱਚ ਵਿਚਾਲੇ ਲਿਖਣਾ ਤਾਂ ਉਹ ਵੀ ਲਿਖ ਲਓ, ਤੁਹਾਡੀ ਚੋਇਸ ਹੈ। ਲਿਖਣ ਤੋਂ ਬਾਅਦ ਜੀ ਤੁਸੀਂ ਇੱਥੇ ਕੀ ਕਰਦੇ ਹੋ, ਕੋਈ ਵੀ ਚੀਜ਼ ਨੂੰ ਵੈਲਿਊ ਪਹਿਲਾਂ ਐਂਟਰ ਕਰਦੇ ਹੋ। ਮਤਲਬ ਜੋ ਤੁਹਾਡੀ ਵੈਲਿਊ ਹੈ, ਚਾਹੇ ਉਹ ਰਕਮ ਹੈ, ਚਾਹੇ ਉਹ ਕੋਈ ਪੈਸੇ ਹੈ, ਚਾਹੇ ਉਹ ਕੋਈ ਰੋਲ ਨੰਬਰ ਹੈ, ਚਾਹੇ ਉਹ ਕੋਈ ਕਿਸੇ ਦਾ ਨੰਬਰ ਹੈ, ਇੱਦਾਂ। ਹੁਣ ਲਿਖਣ ਤੋਂ ਬਾਅਦ ਤੁਸੀਂ ਅਗਰ ਆਪਾਂ ਸਿੰਪਲ ਜੀ ਗੱਲ ਕਰੀਏ, ਕਈ ਪਰਸਨ ਇਹਨੂੰ ਕਾਪੀ ਤੇ ਲਾ ਲੈਂਦੇ ਆ, ਕਈ ਬੰਦੇ ਕੈਲਕੂਲੇਟਰ ਯੂਜ਼ ਕਰਦੇ ਆ। ਤੇ ਕੈਲਕੂਲੇਟਰ ਸਾਡੇ ਕੋਲ ਸਿਸਟਮ 'ਚ ਵੀ ਹੁੰਦਾ, ਜਿਵੇਂ ਵਿੰਡੋ 'ਚ ਜਾ ਕੇ ਇੱਕ ਤਾਂ ਤੁਹਾਨੂੰ ਲਿਸਟ 'ਚ ਇੱਦਾਂ ਕੈਲਕੂਲੇਟਰ ਮਿਲ ਜਾਏਗਾ। ਅਗਰ ਤੁਹਾਨੂੰ ਨਾ ਹੋਵੇ ਤਾਂ ਤੁਸੀਂ ਇੱਥੇ ਸਰਚ ਦੇ ਵਿੱਚ ਲਿਖ ਸਕਦੇ ਹੋ ਜੀ CALC, ਯਾਨੀ ਕਿ ਕੈਲਕੂਲੇਟਰ ਓਪਨ ਕਰਨ ਦਾ ਇੱਕ ਸ਼ਾਰਟਕਟ ਹੈ। ਐਂਟਰ ਕਰ ਦਿਓ, ਤੁਹਾਡੇ ਕੋਲ ਕੈਲਕੂਲੇਟਰ ਆ ਜਾਂਦਾ। ਯਾਨੀ ਕਿ ਤੁਸੀਂ ਇਹਦੇ 'ਚ ਵੀ ਕਰ ਸਕਦੇ ਹੋ, ਪਰ ਇਹਦੇ 'ਚ ਇੱਕ ਦਿੱਕਤ ਰਹਿੰਦੀ ਹੈ ਵੀ ਤੁਸੀਂ ਕੈਲਕੂਲੇਟਰ ਕਰਨ ਲੱਗਿਆ ਇੱਕ ਤੋਂ ਵੱਧ ਕੇ ਇੱਕ ਰਕਮ ਹੀ ਹੁੰਦੀ ਹੈ, ਜਿਵੇਂ 36 36 + 25 25 + 63, ਇਸ ਤਰ੍ਹਾਂ। ਯਾਨੀ ਕਿ 1 ਬਾਏ 1 ਇੱਕ ਰਕਮ ਹੀ ਜੁੜਦੀ ਹੈ। ਤੇ ਜੁੜਦਿਆਂ ਤੁਹਾਨੂੰ ਇਹ 5 7 10 ਵਾਰ ਜਿੰਨੀਆਂ ਤੁਹਾਡੀਆਂ ਵੈਲਿਊਜ਼ ਹੋਣਗੀਆਂ ਉਨੀ ਵਾਰੀ ਹੀ ਉਹਨੇ ਰਕਮ ਲੱਗਣੀ ਹੈ। ਪਰ ਇਹ 'ਚ ਬਿਲਕੁਲ ਸੌਖਾ ਤਰੀਕਾ ਹੈ ਜੀ। ਤੁਸੀਂ ਸਾਰੇ ਦੇ ਸਾਰੇ ਨੂੰ ਇਸ ਤਰ੍ਹਾਂ ਸਿਲੈਕਟ ਕਰੋ, ਯਾਨੀ ਕਿ ਡਰੈਗ ਕਰੋ। ਇੱਕ ਜਾਂ ਦੋ ਜਾਂ ਤਿੰਨ ਬਾਕਸ ਤੁਸੀਂ ਜ਼ਿਆਦਾ ਯੂਜ਼ ਕਰੋ, ਮਤਲਬ ਖਾਲੀ ਕਰੋ, ਜਿਹਦੇ 'ਚ ਸਾਡਾ ਇਹਦਾ ਰਿਜ਼ਲਟ ਆਊਗਾ। ਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖੋ ਆਟੋ ਸਮ, ਬਿਲਕੁਲ ਤੁਹਾਡਾ ਦੇਖੋ ਵਿਦਿਨ ਸੈਕਿੰਡ ਦੇ ਵਿੱਚ ਪੂਰੀ ਵੈਲਿਊ ਦਾ ਜੋੜ ਇਹ ਆ ਗਿਆ। ਹੁਣ ਜਦੋਂ ਜੋੜ ਆ ਜਾਂਦਾ ਹੈ, ਜੋੜ ਤੋਂ ਬਾਅਦ ਕਈ ਵਾਰੀ ਆਪਾਂ ਉਸੇ ਵੈਲਿਊ ਦੇ ਵਿੱਚ ਜਦੋਂ ਕੁਝ ਬਦਲਾਅ ਕਰਨੇ ਹੁੰਦੇ ਆ, ਫੋਰ ਐਗਜ਼ਾਮਪਲ ਤੁਹਾਨੂੰ ਲੱਗਦਾ ਵੀ ਇਹ ਰਕਮ ਬਹੁਤ ਜ਼ਿਆਦਾ ਹੈ, ਤੁਸੀਂ ਇਹਨੂੰ ਮਾਈਨਸ ਕਰਨਾ ਚਾਹੁੰਦੇ ਹੋ। ਜੇ ਇਹੀ ਰਕਮ ਆਪਾਂ ਕੈਲਕੂਲੇਟਰ ਤੇ ਲਾਈ ਹੁੰਦੀ, ਫੋਰ ਐਗਜ਼ਾਮਪਲ ਜਿਵੇਂ ਮੇਰੇ ਕੋਲੇ ਜੋੜ ਬਣਿਆ ਜੀ 5630, ਤੇ ਮੈਂ ਮਾਈਨਸ ਕਰਨਾ ਚਾਹੁੰਦਾ ਇਹਦੇ ਚੋਂ 5263, ਤੇ ਮੇਰੇ ਕੋਲੇ 367 ਬਚਦਾ, ਠੀਕ ਹੈ ਜੀ। ਤੇ ਪਰ ਜਿਹੜਾ ਮੈਂ ਇਸ ਰਕਮ ਨੂੰ ਕੱਟ ਕੇ ਇਹਦੀ ਜਗ੍ਹਾ ਕਿਆ ਲਿਖਾਂ, ਵੀ ਮਤਲਬ ਜੋ ਮੇਰੀ ਹੋਰ ਰਕਮ ਹੈ ਉਹ ਮੈਂ ਲਿਖਣਾ ਚਾਹੁੰਦਾ ਤਾਂ ਕਿ ਮੇਰਾ ਜੋੜ ਪੂਰਾ ਹੋਏ। ਤਾਂ ਜਿਵੇਂ ਫੋਰ ਐਗਜ਼ਾਮਪਲ ਮੈਂ 20 ਜੋੜਨੇ ਆ, ਤਾਂ ਤੁਸੀਂ ਇਹਦੀ ਜਗ੍ਹਾ ਤੇ ਕੋਈ 20 ਜੋੜ ਦਿਓ, ਤਾਂ ਤੁਹਾਡੇ 387 ਬਣਦੇ। ਤੇ ਫੋਰ ਐਗਜ਼ਾਮਪਲ ਜਿਵੇਂ ਇਹ ਚੀਜ਼ ਉਰੇ ਕਰਦਾ, ਤਾਂ ਉਰੇ ਜਸਟ ਮੈਂ ਸਿਰਫ 20 ਲਿਖਦਾ ਇੱਦਾਂ ਹੀ, ਦੇਖੋ ਜੀ, ਤਾਂ ਵੀ ਤੁਹਾਡਾ ਜੋੜ ਉਨਾ ਹੀ ਆ ਗਿਆ। ਯਾਨੀ ਕਿ ਤੁਹਾਨੂੰ ਦੇਖੋ ਕੈਲਕੂਲੇਟਰ 'ਚ ਉਹ ਚੀਜ਼ ਦੋ ਵਾਰੀ ਕਰਨੀ ਪਈ, ਯਾਨੀ ਕਿ ਪਹਿਲਾਂ ਉਹ ਚੀਜ਼ ਮਾਈਨਸ ਹੋਈ, ਫਿਰ ਉਹਦੇ 'ਚ ਉਹ ਚੀਜ਼ ਪਲੱਸ ਹੋਈ। ਪਰ ਇੱਥੇ ਸਿੱਧਾ ਹੀ ਤੁਸੀਂ ਉਸ ਵੈਲਿਊ ਨੂੰ ਹੀ ਚੇਂਜ ਕਰ ਲਿਆ ਤੇ ਤੁਹਾਡਾ ਆਨਸਰ ਦੇਖੋ ਬਿਲਕੁਲ ਸੇਮ ਹੈ, ਉਨਾ ਹੀ ਆਇਆ। ਤਾਂ ਕੈਲਕੂਲੇਟਰ ਦੇ ਵਿੱਚ ਵੀ ਕਿਸੇ ਹੱਦ ਤੱਕ ਕਿਸੇ ਜੋੜ ਕਰਨਾ ਆ, ਪਲੱਸ ਮਾਈਨਸ ਅਤੇ ਕਾਫੀ ਸਾਰੀਆਂ ਚੀਜ਼ਾਂ। ਪਰ ਐਕਸਲ ਦੇ ਵਿੱਚ ਸਮ ਕਰਨਾ ਬਹੁਤ ਈਜ਼ੀ ਹੈ। ਸਿੰਪਲੀ ਤੁਸੀਂ ਕੁਝ ਨਹੀਂ ਯੂਜ਼ ਕਰਿਆ, ਤੁਸੀਂ ਜਸਟ ਸਿਲੈਕਟ ਕਰਿਆ, ਬਸ ਆਟੋ ਸਮ ਬਟਨ ਹੈ ਜਿਹਨੂੰ ਕਲਿੱਕ ਕਰਿਆ, ਇਸ ਤਰ੍ਹਾਂ। ਉਸ ਤੋਂ ਬਾਅਦ ਇਸ ਵੈਲਿਊ ਦੇ ਵਿੱਚ ਜਿੱਥੋਂ ਮੈਂ ਸਿਲੈਕਟ ਕਰਿਆ ਸੀ, ਤੁਸੀਂ ਕੁਝ ਵੀ ਬਦਲਾਅ ਕਰਦੇ ਹੋ, ਵਧਾਉਂਦੇ ਹੋ, ਘਟਾਉਂਦੇ ਹੋ, ਤਾਂ ਉਹ ਤੁਹਾਡੇ ਥੱਲੇ ਆਨਸਰ ਦੇ ਵਿੱਚ ਦੇਖੋ ਉਹਦਾ ਫਰਕ ਪੈ ਜਾਂਦਾ। ਫਿਰ ਘਟਦਾ ਹੈ ਤਾਂ ਉਹ ਚੀਜ਼ ਘਟਦੀ ਹੈ, ਵਧਾਉਂਦੇ ਹੋ ਤਾਂ ਵੱਧਦੀ ਹੈ। ਪਰ ਜਦੋਂ ਸਿਲੈਕਟ ਕਰਕੇ ਕੋਈ ਫਾਰਮੂਲਾ ਲੱਗਿਆ ਹੁੰਦਾ ਤਾਂ ਤੁਸੀਂ ਜਿਹੜੇ ਉੱਪਰ ਵਾਲੇ ਖਾਨੇ ਆ, ਮੈਂ ਇਹ ਛੱਡੇ ਜ਼ਰੂਰ ਹੈ ਪਹਿਲਾਂ, ਪਰ ਮੈਂ ਅਗਰ ਇਹਨਾਂ ਦੇ ਵਿੱਚ ਕੋਈ ਵੈਲਿਊ ਲਿਖਦਾ, ਜਿਵੇਂ ਮੈਂ ਇੱਥੇ ਕੋਈ ਚੀਜ਼ ਲਿਖਦਾ, ਦੇਖੋ ਇਹਦੇ 'ਤੇ ਕੋਈ ਅਸਰ ਨਹੀਂ। ਕਿਉਂ ਇੱਦਾਂ? ਕਿਉਂਕਿ ਮੈਂ ਸਿਰਫ ਇੱਥੋਂ ਹੀ ਲੈ ਕੇ ਸਿਲੈਕਟ ਕਰਿਆ ਸੀ ਇੰਨਾ ਏਰੀਆ, ਇਹ ਮੇਰੇ ਸਿਲੈਕਸ਼ਨ ਦਾ ਪਾਰਟ ਨਹੀਂ ਸੀ। ਪਰ ਅਗਰ ਤੁਸੀਂ ਚਾਹੁੰਦੇ ਹੋ ਵੀ ਇਹ ਵੀ ਵਿੱਚ ਹੋਣੇ ਚਾਹੀਦੇ ਆ, ਤਾਂ ਤੁਸੀਂ ਚਾਹੇ ਉਹਨਾਂ ਨੂੰ ਖਾਲੀ ਕਰਕੇ ਇੱਦਾਂ ਸਿਲੈਕਟ ਕਰਦੇ, ਫਿਰ ਤੁਸੀਂ ਕੁਝ ਵੀ ਲਿਖਦੇ ਜਾਂਦੇ ਤਾਂ ਆਲਰੇਡੀ ਉਰੇ ਐਡ ਹੁੰਦਾ। ਇੱਕ ਤਰੀਕਾ ਤੁਹਾਡਾ ਇਹ ਹੋ ਗਿਆ ਜੀ ਪਲੱਸ ਦਾ। ਦੂਜਾ ਤਰੀਕਾ ਹੋ ਗਿਆ ਵੀ ਤੁਸੀਂ ਆਹ ਜਿਹੜੀ ਪੂਰੀ ਲਾਈਨ ਹੈ ਐਫ, ਤੁਸੀਂ ਇੱਥੇ ਕਿਤੇ ਪਲੱਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਇੱਕ ਵੈਲਿਊ ਨੂੰ ਇੱਦਾਂ ਸਿਲੈਕਟ ਕਰੋ। ਉਸ ਤੋਂ ਬਾਅਦ ਸਿੰਪਲੀ ਆਟੋ ਸਮ ਨੂੰ ਪ੍ਰੈਸ ਕਰੋ। ਆਟੋ ਸਮ ਪ੍ਰੈਸ ਕਰੇ ਤੋਂ ਬਾਅਦ ਤੁਸੀਂ ਇੱਥੇ ਕਿ ਉਹਨੂੰ ਵੈਲਿਊ ਸਿਲੈਕਟ ਕਰਕੇ ਦੇ ਦਿਓ ਵੀ ਇਸ ਏਰੀਏ ਦੇ ਵਿੱਚੋਂ ਇੰਨੇ ਏਰੀਏ ਦਾ ਜੋੜ ਆਵੇ, ਸੌਰੀ, ਠੀਕ ਹੈ ਜੀ। ਐਂਟਰ ਕਰ ਦਿਓ, ਲਓ ਜੀ ਤੁਹਾਡਾ ਬਣ ਗਿਆ। ਉਸ ਤੋਂ ਬਾਅਦ ਤੁਸੀਂ ਦੇਖੋ ਲਿਖੋ ਐਚ 'ਚ, ਦੇਖੋ ਪਲੱਸ ਤੁਹਾਡਾ ਥੱਲੇ ਹੋ ਰਿਹਾ, ਸੌਰੀ, ਇੱਦਾਂ। ਇੱਕ ਇਹ ਤਰੀਕਾ ਵੀ ਹੈਗਾ ਜੋੜ ਕਰਨ ਦਾ। ਉਹ ਜੋੜ ਪਹਿਲੇ ਜੋੜ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਉਹ ਵੈਲਿਊ ਦੇ ਥੱਲੇ ਹੀ ਜੋੜ ਆ ਰਿਹਾ ਹੈ।
ਦੂਜੇ ਦੇ ਵਿੱਚ ਆਪਾਂ ਬਾਕਸ ਉਰੇ ਸਿਲੈਕਟ ਕਰਿਆ ਸੀ, ਆਟੋ ਸਮ ਲਾ ਕੇ ਆਪਣੀ ਮਰਜ਼ੀ ਨਾਲ ਇੱਕ ਰੇਂਜ ਸੈੱਟ ਕਰਤੀ ਤੇ ਉਹਦੇ ਵਿੱਚ ਮੈਂ ਜਿੱਥੇ ਜਿੱਥੇ ਵੀ ਚਾਹੇ ਮੈਂ ਖਾਲੀ ਵੀ ਛੱਡ ਰਿਹਾ ਉਹ 0 ਹੀ ਰਹਿਣਾ, ਮਤਲਬ ਉਹਦੀ ਵੈਲਿਊ 0 ਰਹਿਣੀ ਹੈ। ਅਗਲੇ ਨੂੰ ਇਹ ਜੋੜਦਾ ਚਲੇ ਜਾਂਦਾ ਤਾਂ ਇਹ ਤੁਹਾਡਾ ਜੋੜ ਹੈ। ਤੇ ਹੁਣ ਕਈ ਪਰਸਨ ਕਹਿੰਦੇ ਆ ਵੀ ਮੈਂ ਫਾਰਮੂਲਾ ਦਾ ਉਦੋਂ ਲਾਇਆ ਸੀ ਜੀ, ਖਿੱਚ ਲਿਆ ਸੀ ਜੀ, ਇੱਦਾਂ ਕੋਈ ਮੈਨੂੰ ਅੰਦਾਜ਼ਾ ਨਹੀਂ ਸੀ ਵੀ ਇਹਦੇ 'ਚ ਮੈਂ ਕਿੱਥੇ ਤੋਂ ਕਿੱਥੇ ਤੱਕ ਖਿੱਚਿਆ। ਤੇ ਇੱਥੇ ਹਮੇਸ਼ਾ ਆਪਾਂ ਇੱਕ ਪਹਿਲੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ, ਇੱਥੇ ਆਪਾਂ ਕਿ ਨਾਮ ਆਪਾਂ ਇੱਕ ਇਹ ਚੀਜ਼ ਦੇਖੀ ਸੀ ਜਿਹਨੂੰ ਆਪਾਂ ਕਹਿੰਦੇ ਜੀ ਨੇਮ ਬਾਕਸ। ਇਹਦਾ ਮਤਲਬ ਇਹ ਹੈ ਵੀ ਇਹ ਤੁਹਾਡੇ ਸੈੱਲ ਦੀ ਵੈਲਿਊ ਦੱਸਦਾ ਵੀ ਤੁਸੀਂ ਹੁਣ ਕਿੱਥੇ ਖੜੇ ਹੋ। ਹੁਣ ਮੈਂ B8 ਜਾਂ ਜਿਵੇਂ ਆ ਦੇਖੋ B ਔਰ 8 ਦੇ ਸਾਹਮਣੇ ਆ ਤੇ ਇੱਥੇ ਮੈਂ C15 ਯਾਨੀ ਕਿ C ਵਾਲੀ ਲਾਈਨ 'ਚ 15 ਦੇ ਸਾਹਮਣੇ ਆ। ਤਾਂ ਆ ਜਦੋਂ ਤੁਸੀਂ ਫਾਰਮੂਲਾ ਲਾਇਆ ਸੀ ਨਾ ਉਰੇ, ਤਾਂ ਤੁਸੀਂ ਦੇਖੋ ਇੱਥੇ ਇੱਕ ਨਾਲ ਹੀ ਬਟਨ ਸੀ ਫਾਰਮੂਲਾ ਬਾਰ। ਇੱਥੇ ਤੁਸੀਂ ਦੇਖੋ ਇਹਦੇ ਇੱਕ ਫਾਰਮੂਲਾ ਲੱਗਿਆ ਹੋਇਆ ਤੇ ਉਹਦੇ ਮੂਹਰੇ ਇੱਕ ਵੈਲਿਊ ਦੱਸ ਰਿਹਾ H2, ਯਾਨੀ ਕਿ ਇਹ ਜਿਹੜੀ ਵੈਲਿਊ ਹੈ H2 ਤੋਂ ਸ਼ੁਰੂ ਹੋ ਕੇ H17 ਤੱਕ ਦੀ ਹੈ। ਯਾਨੀ ਕਿ ਦੇਖੋ H2 ਤੁਹਾਡਾ ਇਹ ਹੈ ਤੇ H17 ਸ਼ਾਇਦ ਤੁਹਾਡਾ ਇਹ ਹੈ। ਪਰ ਜੇ ਹੁਣ ਫੋਰ ਐਗਜ਼ਾਮਪਲ ਮੈਂ H18 'ਚ ਜਾ ਕੇ ਕੋਈ ਵੈਲਿਊ ਲਿਖਦਾ, ਦੇਖੋ ਹੁਣ ਉਹਦਾ ਉਹਦੇ ਪਰ ਕੋਈ ਫਰਕ ਨਹੀਂ ਪਿਆ, ਉੱਥੇ ਕੋਈ ਪਲੱਸ ਨਹੀਂ ਹੋਇਆ। ਪਰ ਜੇ ਮੈਂ ਮੁੜ ਕੇ ਉਨੇ ਦਾਇਰੇ ਦੇ ਵਿੱਚ ਉਹ ਚੀਜ਼ ਲਿਖਦਾ ਤਾਂ ਉੱਥੇ ਉਹ ਚੀਜ਼ ਪਲੱਸ ਹੋ ਰਹੀ ਹੈ। ਤਾਂ ਜੇ ਤੁਸੀਂ ਕਦੇ ਭੁੱਲ ਵੀ ਜਾਓ ਮੈਂ ਕਿੰਨੇ ਸੈੱਲ ਕਰੇ ਸੀ, ਤਾਂ ਤੁਸੀਂ ਜਦੋਂ ਸਿਲੈਕਟ ਕਰਦੇ ਹੋ ਤਾਂ ਤੁਸੀਂ ਆਹ ਜਿਹੜੀ ਵੈਲਿਊ ਹੈ ਜਿਵੇਂ H2 H17 ਇਹ ਕੱਲ੍ਹ ਨੂੰ ਕਿਤੇ ਵੀ ਹੋ ਸਕਦੀ ਹੈ, K 'ਚ ਹੋ ਸਕਦੀ ਹੈ, L 'ਚ ਹੋ ਸਕਦੀ ਹੈ, M 'ਚ ਹੋ ਸਕਦੀ ਹੈ। ਤਾਂ ਤੁਸੀਂ ਇਹ ਵੈਲਿਊ ਨੂੰ ਜ਼ਰੂਰ ਦੇਖਣਾ। ਜਾਂ ਤੁਸੀਂ ਜਿਹੜਾ ਜੋੜ ਲਿਆ ਸੀ ਇਹ ਵਾਲਾ, ਤਾਂ ਇਹਦੇ ਵਿੱਚ ਵੀ ਤੁਸੀਂ ਦੇਖੋ ਸਿਰਫ ਇਹਨੂੰ ਸਿਲੈਕਟ ਕਰਦੇ ਹੋ ਤਾਂ ਫਾਰਮੂਲਾ ਬਾਰ 'ਚ ਤੁਹਾਨੂੰ ਦਿਖ ਜਾਂਦਾ ਵੀ ਇੱਥੇ D6 ਤੋਂ ਲੈ ਕੇ D17 ਤੱਕ ਦੀਆਂ ਵੈਲਿਊਜ਼ ਨੂੰ ਹੀ ਪਲੱਸ ਕਰਿਆ ਗਿਆ। ਸੋ ਇੱਕ ਤਰੀਕਾ ਇਹ ਹੋ ਗਿਆ ਜੀ ਤੁਹਾਡਾ। ਹੁਣ ਕਰੀਏ ਆਪਾਂ ਗੱਲ ਅਗਰ ਮੈਨੂਅਲੀ ਕਦੇ ਜੋੜ ਕਰਨਾ ਹੋਵੇ। ਮੈਨੂਅਲੀ ਜੋੜ ਦਾ ਮਤਲਬ ਹੈ ਵੀ ਤੁਸੀਂ ਇਸ ਆਪਸ਼ਨ ਨੂੰ ਨਹੀਂ ਦੱਬਣਾ। ਤੁਸੀਂ ਉਹਦੇ ਲਈ ਦੇਖੋ ਸਿੰਪਲੀ ਕੀ ਕਰਨਾ ਹੈ, ਇਕੁਅਲ ਸਮ ਬ੍ਰੈਕਟ ਸਟਾਰਟ, ਬਿਲਕੁਲ ਸਿੰਪਲ ਜਿਹਾ ਤਰੀਕਾ ਹੈ। ਹੁਣ ਆਪਾਂ ਦੇਖੋ D ਵਾਲੀ ਲਾਈਨ 'ਚ ਖੜੇ ਆ, ਸਾਡੀ ਵੈਲਿਊ ਵੀ D 'ਚ ਹੀ ਲਿਖੀ ਹੋਈ ਹੈ ਤੇ ਇੱਥੇ ਹੁਣ ਆਪਾਂ ਵੈਲਿਊ ਲਿਖਣੀ ਹੈ। ਵੈਲਿਊ ਦਾ ਮਤਲਬ ਹੈ ਵੀ ਤੁਸੀਂ ਇਹ ਨਹੀਂ ਲਿਖਣਾ ਵੀ ਇੱਥੇ 355 ਲਿਖਣਾ, ਤੁਸੀਂ ਇਸ ਸੈੱਲ ਦੀ ਵੈਲਿਊ ਲਿਖਣੀ। ਸੈੱਲ ਦੀ ਵੈਲਿਊ ਕਿਵੇਂ ਹੁੰਦੀ ਹੈ, ਜਿਵੇਂ 355 ਜਿੱਥੇ ਲਿਖਿਆ ਇਹਦੀ ਸੈੱਲ ਦੀ ਵੈਲਿਊ ਬਣੂਗੀ ਜੀ 355। ਦੇਖੋ ਉੱਪਰੋਂ ਹੈਗਾ D ਦੇ ਵਿੱਚ ਤੇ ਇੱਧਰੋਂ ਹੈਗਾ 6 ਦੇ ਸਾਹਮਣੇ, ਯਾਨੀ ਕਿ ਇਹ ਬਣੂਗੀ ਜੀ D6। ਤੁਸੀਂ ਵੈਲਿਊ ਨਹੀਂ ਲਿਖਣੀ, ਮਤਲਬ ਰਕਮ ਇਹ ਨਹੀਂ ਲਿਖਣੀ, ਤੁਸੀਂ ਲਿਖਣਾ D6। ਤੁਸੀਂ ਇੱਥੇ ਲਿਖੋਗੇ D6। ਦੇਖੋ ਉਹਨੇ ਸਿਲੈਕਟ ਕਰ ਲਿਆ। ਹੁਣ ਐਂਡ ਵਾਲੀ ਵੈਲਿਊ ਸਾਡੀ ਜਿਹੜੀ ਆ 32 ਹੈ, ਇੱਥੇ ਤੱਕ ਆਪਾਂ ਜੋੜ ਕਰਨਾ ਹੈ। ਤਾਂ ਤੁਸੀਂ ਇੱਥੇ ਲਿਖੋਗੇ ਜੀ D, ਯਾਨੀ ਕਿ D ਦੇ ਵਿੱਚ ਹੀ ਹੈ ਜੀ, ਔਰ ਇਹਦੇ ਸਾਹਮਣੇ ਆ ਰਿਹਾ ਜੀ 13। ਤਾਂ ਆਪਾਂ ਇੱਥੇ ਲਿਖੋਗੇ ਜੀ D13। ਪਰ D13 ਲਿਖਣ ਤੋਂ ਪਹਿਲਾਂ ਜਿੱਥੇ ਆਪਾਂ D6 ਲਿਖਿਆ ਇਹ ਦੋ ਅਲੱਗ-ਅਲੱਗ ਵੈਲਿਊਜ਼ ਹੈ। ਤਾਂ ਆਪਾਂ ਉਹਨੂੰ ਕਰਨ ਲਈ ਸ਼ਿਫਟ ਦੱਬ ਕੇ ਤੁਹਾਡੇ ਕੀਬੋਰਡ ਦੇ ਵਿੱਚ L ਬਟਨ ਦੇ ਨਾਲ ਹੁੰਦਾ ਜੀ 2 ਕੋਲਨ ਇਹ ਵਾਲੇ। ਤਾਂ ਹੁਣ ਲਿਖਾਂਗੇ ਜੀ ਆਪਾਂ D13। ਦੇਖੋ ਉਹਨੇ ਪੂਰਾ ਆਪਣੇ ਆਪ ਹੀ ਬਾਉਂਡਰੀ ਵਾਲ ਕਰ ਲਿਆ ਉਹਨੂੰ ਵੀ ਮੈਂ ਇੰਨਾ ਏਰੀਆ ਸਿਲੈਕਟ ਕਰਨ ਲੱਗਿਆ ਤੇ ਹੁਣ ਬ੍ਰੈਕਟ ਕਲੋਜ਼ ਕਰਕੇ ਐਂਟਰ ਲਾ ਦਿਓ। ਇਹ ਹੋ ਗਿਆ ਤੁਹਾਡਾ ਮੈਨੂਅਲੀ ਜੋੜ। ਤੁਸੀਂ ਇੱਕ ਵਾਰੀ ਰਿਵਰਸ ਕਰਕੇ ਦੁਬਾਰੇ ਫੇਰ ਦੇਖ ਲਓ, ਜੇ ਕਿਸੇ ਨੂੰ ਸਮਝ ਨਾ ਆਏ ਮੈਂ ਦੁਬਾਰੇ ਦੱਸ ਦਿੰਦਾ ਜੀ। ਜਿਹੜੀ ਸੈੱਲ ਦੇ ਵਿੱਚ ਆਪਾਂ ਖੜੇ ਆ ਜਾਂ ਤਾਂ ਤੁਸੀਂ ਇਹਦੇ ਵਿੱਚ ਹੀ ਜੋੜ ਕਰ ਲਓ ਜਾਂ ਫਿਰ ਤੁਸੀਂ ਅਦਰ ਕਿਤੇ ਹੋਰ ਚਲੇ ਜਾਓ। ਜਿਵੇਂ ਕਿ ਤੁਸੀਂ D 'ਚ ਨਹੀਂ ਖੜੇ, ਤੁਸੀਂ J 'ਚ ਆ ਗਏ, ਪਰ ਤੁਸੀਂ ਜੋੜ ਕਰਨਾ ਹੈ D ਦਾ। ਤਾਂ ਤੁਸੀਂ ਇੱਥੇ ਸੇਮ ਫਾਰਮੂਲਾ ਇਕੁਅਲ ਸਮ ਲਿਖ ਕੇ ਬ੍ਰੈਕਟ ਸਟਾਰਟ ਕਰਕੇ ਤੁਸੀਂ ਇੱਥੇ ਉਹਦੀ ਸੈੱਲ ਦੀ ਵੈਲਿਊ ਪਾ ਦਿਓ ਜਿਵੇਂ D6 ਤੇ ਇੱਥੇ ਤੁਸੀਂ ਲਿਖੋ ਜੀ D6। ਉਸ ਤੋਂ ਬਾਅਦ ਸ਼ਿਫਟ ਦੱਬ ਕੇ L ਦੇ ਨਾਲ ਵਾਲਾ ਬਟਨ ਹੈ, ਸ਼ਿਫਟ ਦੱਬਣ ਤੋਂ ਬਾਅਦ ਆ ਪੈਂਦਾ ਕੋਲਨ ਤੇ ਅਗਲੀ ਹੈ ਜੀ D32। ਪਰ ਇੱਥੇ ਆਪਾਂ ਲਿਖਾਂਗੇ ਦੀ ਵੈਲਿਊ ਕਿੰਨੀ ਬਣੂਗੀ ਜੀ D32 ਦੀ D ਵਾਲੀ ਲਾਈਨ 'ਚ ਹੈ ਜੀ ਇਹ ਤੇ 13 ਦੇ ਸਾਹਮਣੇ ਹੈ। ਇੱਥੇ ਲਿਖਾਂਗੇ ਜੀ D13 ਬ੍ਰੈਕਟ ਕਲੋਜ਼ ਐਂਟਰ। ਤਾਂ ਸੇਮ ਚੀਜ਼ ਦੇਖੋ ਤੁਹਾਡੀ ਜੋੜ ਇੱਥੇ ਆ ਗਿਆ। ਹੁਣ ਤੁਸੀਂ ਬਦਲਾਅ ਉਰੇ ਕਰੋਗੇ, ਮਤਲਬ ਇੱਥੇ ਘਟਾਓਗੇ ਜਾਂ ਵਧਾਓਗੇ, ਫਰਕ ਇੱਥੇ ਪਊਗਾ। ਦੇਖੋ ਇੱਥੇ ਘਟ ਰਿਹਾ ਹੈ, ਵਧ ਰਿਹਾ ਹੈ। ਤੀਜਾ ਤਰੀਕਾ ਇਹ ਹੋ ਗਿਆ ਜੀ। ਉਸ ਤੋਂ ਬਾਅਦ ਕਈ ਪਰਸਨ ਕਿਆ ਕਰਦੇ ਆ ਜੀ, A ਦੇ ਵਿੱਚ ਇੱਦਾਂ ਕਰਕੇ ਇੱਕ ਵਾਰੀ ਸਮਰੀ ਬਣਾ ਲਈ, ਇੱਦਾਂ ਕੋਈ ਵੀ ਰਿਜ਼ਲਟ ਬਣਾ ਲਿਆ ਜਾਂ ਪੈਸੇ ਲਿਖ ਲਏ ਇੱਦਾਂ, ਤੇ ਉਹਨਾਂ ਨੇ ਸੌਰੀ ਇਹ ਵਿੱਚ ਖਾਲੀ ਰਹਿ ਗਿਆ ਇੱਦਾਂ ਕਰਕੇ ਕੁਝ ਵੀ। ਉਸ ਤੋਂ ਬਾਅਦ ਉਹਨਾਂ ਨੇ ਕਿਆ ਕਰਿਆ, ਉਹਨਾਂ ਸਾਰਿਆਂ ਨੂੰ ਇੱਦਾਂ ਸਿਲੈਕਟ ਕਰਿਆ ਤੇ ਉਹਨਾਂ ਨੂੰ ਲੱਗਿਆ ਵੀ ਬਿਲਕੁਲ ਸਾਡੇ ਲਈ ਸੌਖਾ ਤਰੀਕਾ ਇਹ ਹੈ ਜੀ ਆਟੋ ਸਮ। ਤਾਂ ਉਹਨੂੰ ਇੱਦਾਂ ਕਲਿੱਕ ਕਰ ਲਿਆ, ਤੁਹਾਡਾ ਜੋੜ ਆ ਗਿਆ। ਤੇ ਇਸੇ ਤਰ੍ਹਾਂ ਤੁਸੀਂ ਫਿਰ B ਦੇ ਵਿੱਚ ਕੋਈ ਚੀਜ਼ ਲਿਖੀ ਇੱਦਾਂ, ਫਿਰ ਤੁਸੀਂ ਉਹਨੂੰ ਸਿਲੈਕਟ ਕਰਿਆ ਸਾਰੇ ਨੂੰ ਤੇ ਫਿਰ ਇੱਦਾਂ ਕਰ ਲਿਆ। ਪਰ ਜੇ ਆਪਾਂ ਬਿਲਕੁਲ ਇਹਨੂੰ ਹੋਰ ਸੌਖਾ ਕਰ ਲਈਏ, ਹੋਰ ਸੌਖਾ ਕਿਵੇਂ, ਜਿਹੜਾ ਤੁਸੀਂ ਫਸਟ ਜੋੜ ਲਿਆ ਉਹਨੂੰ ਇੱਦਾਂ ਮਾਊਸ ਨਾਲ ਸਿਲੈਕਟ ਕਰੋ ਤੇ ਬਿਲਕੁਲ ਮਾਊਸ ਨੂੰ ਇੱਦਾਂ ਕੋਨੇ ਤੋਂ ਜਦੋਂ ਇੱਦਾਂ ਦਾ ਬਣ ਜੇ, ਦੇਖੋ ਵੈਸੇ ਇਹਦਾ ਕਰਸਰ ਥੋੜਾ ਜਿਹਾ ਇਸ ਤਰ੍ਹਾਂ ਦਾ ਰਹਿੰਦਾ ਡਾਰਕ ਮੋਟਾ, ਪਰ ਜਦੋਂ ਤੁਸੀਂ ਨੇੜੇ ਕਰਦੇ ਹੋ ਤਾਂ ਇੱਦਾਂ ਬਰੀਕ ਹੋ ਜਾਂਦਾ। ਤੁਸੀਂ ਮਾਊਸ ਨਾਲ ਪ੍ਰੈਸ ਕਰਕੇ ਉਹਨੂੰ ਅੱਗੇ ਵੱਲ ਦੀ ਖਿੱਚ ਲਓ ਇੱਦਾਂ, ਤੇ ਜਿੱਥੇ ਜਿੱਥੇ ਤੱਕ ਤੁਸੀਂ ਖਿੱਚ ਲਓਗੇ ਉਸ ਸੈੱਲ ਦੇ ਵਿੱਚ ਇਹ ਫਾਰਮੂਲਾ ਪਲੱਸ ਦਾ ਐਡ ਹੋ ਗਿਆ। ਬਸ ਤੁਸੀਂ ਤੁਸੀਂ ਉੱਪਰ ਦੇਖੋ ਜਸਟ ਲਿਖਣਾ ਹੈ। ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਵੀ ਥੱਲੇ ਆਟੋਮੈਟਿਕਲੀ ਤੁਹਾਨੂੰ ਫਾਰਮੂਲਾ ਲਾਉਣ ਦੀ ਲੋੜ ਨਹੀਂ ਪੈ ਰਹੀ, ਉਹ ਪਲੱਸ ਹੋ ਰਿਹਾ। ਇਸੇ ਤਰ੍ਹਾਂ C ਦੀ ਗੱਲ ਕਰੀਏ, C 'ਚ ਭਾਵ ਕਹਿਣ ਦਾ ਜਿੱਥੇ ਤੱਕ ਤੁਸੀਂ 0 ਕਰ ਲਈ, ਪਰ ਤੁਹਾਨੂੰ ਲੱਗਿਆ ਵੀ J ਤੋਂ ਬਾਅਦ ਅੱਗੇ ਜਾਣਾ ਤਾਂ ਤੁਸੀਂ ਇਸ ਐਂਡਰ ਨੂੰ ਫੜ ਕੇ ਫੇਰ ਅੱਗੇ ਖਿੱਚ ਲਓ, ਤਾਂ ਇਹ ਫਾਰਮੂਲਾ ਅੱਗੇ 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 ਹੋਰ ਅੱਗੇ ਲੱਗਦਾ ਚਲੇ ਜਾਂਦਾ ਹੈ।
ਉਸ ਤੋਂ ਬਾਅਦ ਫਾਰਮੂਲੇ ਦੀ ਇੱਕ ਰੇਂਜ ਹੋਰ ਹੈ, ਉਹ ਰੇਂਜ ਇਹ ਹੈ ਵੀ ਅਗਰ ਤੁਸੀਂ ਸਾਰੇ ਦੀ ਬਜਾਏ ਮਤਲਬ ਤੁਸੀਂ ਸਾਰੀ ਵੈਲਿਊ ਦਾ ਜੋੜ ਨਹੀਂ ਕਰਨਾ, ਇਹਦੇ ਵਿੱਚ ਤੋਂ ਜੋੜ ਕਰਨਾ ਹੈ, ਤਾਂ ਤੁਸੀਂ ਇੱਥੇ ਕੀ ਕਰੋਗੇ, ਇਕੁਅਲ ਸਮ ਤਾਂ ਉੱਦਾਂ ਹੀ ਤੁਸੀਂ ਜਿਹੜਾ ਸਟਾਰਟਿੰਗ ਉਹ ਆਪਣਾ ਫਾਰਮੂਲਾ ਲਾਉਣਾ ਇੱਦਾਂ ਹੀ ਕਰਨਾ ਹੈ। ਉਸ ਤੋਂ ਬਾਅਦ ਆਪਾਂ ਜਿਵੇਂ A 'ਚ ਖੜੇ ਆ ਤਾਂ ਇਹਦੇ 'ਚ ਕੋਈ ਵੀ ਇੱਕ ਵੈਲਿਊ ਚੂਜ਼ ਕਰ ਲਓ, ਜਿਵੇਂ ਤੁਸੀਂ ਆਹ 6 ਨੂੰ ਕਰਨਾ ਹੈ ਵੀ ਮਤਲਬ 6 ਨੂੰ ਕਰਨਾ ਹੈ, ਇੱਕ 3 ਨੂੰ ਜੋੜਨਾ ਹੈ, ਤਾਂ ਆਪਾਂ ਕੀ ਕਰਾਂਗੇ ਜਿਹੜੀ ਉਹੀ ਪਿਛਲੇ ਵਾਲਾ ਕੰਮ ਵੀ ਆਪਾਂ ਇੱਥੇ 6 ਨਹੀਂ ਲਿਖਣਾ, ਉਹਦੀ ਵੈਲਿਊ ਲਿਖਣੀ ਹੈ। ਇਹ A ਵਾਲੀ ਲਾਈਨ 'ਚ ਹੈ ਤੇ 4 ਦੇ ਸਾਹਮਣੇ ਹੈ, ਤਾਂ ਆਪਾਂ ਉਰੇ ਲਿਖਾਂਗੇ ਜੀ A4। ਤਾਂ ਹੁਣ ਇੱਥੇ ਆਪਾਂ ਪਹਿਲੇ ਲਈ ਪਾਇਆ ਸੀ ਜੀ ਕਾਲਨ, ਆਹ ਵਾਲੀ ਆਪਸ਼ਨ। ਹੁਣ ਕਾਲਨ ਨਹੀਂ ਪਾਉਣਾ, ਕਾਲਨ ਆਪਾਂ ਉਦੋਂ ਪਾਉਂਦੇ ਆ ਜਦੋਂ ਇੱਕ ਸਿਰੇ ਤੋਂ ਐਂਡ ਸਿਰੇ ਤੱਕ ਪੂਰੇ ਦੇ ਪੂਰੇ ਨੂੰ ਹੀ ਜੋੜ ਕਰਨਾ। ਹੁਣ ਵਿੱਚੋਂ ਰਕਮਾਂ ਕਰਨੀਆਂ ਤਾਂ ਇੱਥੇ ਆਪਾਂ ਡਾਇਰੈਕਟਲੀ ਪਲੱਸ ਦਾ ਸਾਈਨ ਪਾਉਣਾ। ਪਲੱਸ ਦਾ ਸਾਈਨ ਪਾਉਣ ਤੋਂ ਬਾਅਦ ਅਗਲੀ ਕੋਈ ਇੱਕ ਰਕਮ ਚੂਜ਼ ਕਰ ਲਓ, ਜਿਵੇਂ ਮੈਂ 3 ਦੀ ਗੱਲ ਕਰ ਰਿਹਾ ਸੀ ਤਾਂ ਇਹਦੀ ਵੈਲਿਊ ਬਣੀ ਜੀ A8, ਤਾਂ ਮੈਂ ਇੱਥੇ ਲਿਖਤਾ ਜੀ A8। ਤੁਹਾਨੂੰ ਲੱਗਿਆ ਵੀ ਇੱਕ ਵੈਲਿਊ ਹੋਰ ਐਡ ਕਰ ਲਈਏ, ਵੀ ਕੋਈ ਹੋਰ ਪਲੱਸ ਕਰ ਲਈਏ, ਤਾਂ ਉਹਦੇ ਵਿੱਚੋਂ ਕੋਈ ਰਕਮ ਇੱਕ ਹੋਰ ਚੂਜ਼ ਕਰ ਲਈਏ, ਮੈਂ 7 ਲੈ ਲਈਏ, ਤਾਂ ਇਹਦੀ ਵੈਲਿਊ ਬਣਦੀ ਹੈ ਜੀ A14। ਇੱਥੇ ਤੁਸੀਂ ਪਲੱਸ ਦਾ ਬਟਨ ਪਾ ਕੇ ਉਹ ਲਿਖੋ ਜੀ A14। ਤੇ ਇੱਦਾਂ ਤੁਸੀਂ ਦੇਖੋ 3 ਰਕਮਾਂ ਕਰ ਲਈਆਂ। ਅਗਰ ਤੁਸੀਂ ਚਾਹੋ ਤਾਂ ਪਲੱਸ ਪਾ ਕੇ ਫਿਰ ਅਗਲਾ ਸੈੱਲ ਵੈਲਿਊ ਪਾ ਸਕਦੇ ਹੋ ਵੀ ਉਹਦੀ, ਜਿਵੇਂ A17 A15 A11 ਇੱਦਾਂ। ਤੇ ਜਦੋਂ ਤੁਸੀਂ ਪੂਰੇ ਕਰ ਲਓ ਉਸ ਤੋਂ ਬਾਅਦ ਬ੍ਰੈਕਟ ਨੂੰ ਕਲੋਜ਼ ਕਰੋ, ਦੈਨ ਐਂਟਰ ਕਰ ਦਿਓ, ਤੇ ਤੁਹਾਡੇ ਸਾਹਮਣੇ ਇਹ ਤੁਹਾਡੀ ਉਹ ਜੋੜ ਆ ਗਿਆ। ਤੇ ਜੋੜ ਬਾਅਦ ਦੇ ਵਿੱਚ ਕਦੇ ਕਨਫਿਊਜ਼ ਕ੍ਰੀਏਟ ਕਰੇ, ਤੁਹਾਡੇ ਕਨਫਿਊਜ਼ਨ ਲੱਗੇ ਵੀ ਇਹ ਕਿਹੜੇ ਅੱਖਰ ਦਾ ਜੋੜ ਹੈ, ਆ ਦੇਖੋ ਉੱਪਰ ਤੁਹਾਨੂੰ ਇੱਥੇ ਫਾਰਮੂਲਾ ਬਾਰ 'ਚ ਦਿਖ ਰਿਹਾ ਹੈ ਜੀ ਵੀ A4 A8 A14, ਤੇ ਇਹਨਾਂ 3 ਰਕਮਾਂ ਨੂੰ ਮਿਲਾ ਕੇ ਜੋੜ ਬਣਾਇਆ ਤੁਹਾਡਾ ਇਹ। ਤਾਂ ਇਹ ਤਰੀਕਾ ਹੈਗਾ ਤੁਹਾਡਾ ਪਲੱਸ ਕਰਨ ਦਾ। ਤੇ ਪਲੱਸ ਕਰਨ ਦਾ ਇੱਕ ਤਰੀਕਾ ਹੋਰ ਵੀ ਹੈ, ਜੇ ਕਾਫੀ ਬੜੀ ਰਕਮ ਹੈ, ਜਿਵੇਂ ਫੋਰ ਐਗਜ਼ਾਮਪਲ ਮੈਂ ਇੱਥੇ ਕੁਝ ਲਿਖ ਦਿੰਦਾ ਇੱਦਾਂ, ਇਹ 3 ਤੋਂ 4 ਕਈ ਤਰੀਕੇ ਹੋ ਗਏ ਜੀ। ਵੈਸੇ ਕਲਾਸ ਤਰੀਕਾ ਹੋਰ ਹੈ, ਉਹ ਤਰੀਕਾ ਇਹ ਹੈ ਵੀ ਕਈ ਵਾਰੀ ਆਪਾਂ ਜ਼ਿਆਦਾ ਵੈਲਿਊ ਲਿਖੀ ਹੋਈ ਹੈ ਇੱਦਾਂ, ਤੇ ਆਪਾਂ ਚਾਹੁੰਦੇ ਵੀ ਉਹ ਇੱਕੋ ਵਾਰੀ ਦੇ ਵਿੱਚ ਜੋੜ ਆ ਜਾਏ, ਤਾਂ ਆਪਾਂ ਕੀ ਕਰਦੇ ਹਾਂ ਜੀ, ਕੋਈ ਵੀ ਸੈੱਲ ਵੈਲਿਊ ਲਈਏ ਇੱਥੇ, ਤੇ ਆਪਣਾ ਇੱਥੋਂ ਸਟਾਰਟ ਕਰਨਾ ਤੇ ਇੱਥੇ ਤੱਕ ਜੋੜ ਕਰਨਾ, ਯਾਨੀ ਕਿ ਜਿੰਨਾ ਵੀ ਟੋਟਲ ਮੈਂ ਲਿਖਿਆ ਇਹ ਇੱਕੋ ਫਾਰਮੂਲੇ ਦੇ ਵਿੱਚ ਪਲੱਸ ਹੋ ਜਾਣਾ ਚਾਹੀਦਾ। ਤੇ ਉਹਦੇ ਲਈ ਤੁਸੀਂ ਦੇਖੋ ਕਿ ਖਾਲੀ ਸੈੱਲ ਲਓ, ਉਸ ਤੋਂ ਬਾਅਦ ਤੁਹਾਡਾ ਸਭ ਤੋਂ ਪਹਿਲੀ ਵੈਲਿਊ ਤਾਂ ਇਹੀ ਬਣਦੀ ਹੈ ਜੀ, ਇੱਥੋਂ ਸਟਾਰਟ ਕਰ ਰਹੇ ਹਾਂ ਆਪਾਂ, ਤਾਂ ਆਪਾਂ ਇੱਥੇ ਲਿਖਾਂਗੇ ਜੀ A1, ਪਰ ਉਸ ਤੋਂ ਪਹਿਲਾਂ ਉਹੀ ਸਿੰਪਲ ਚੀਜ਼ ਇਕੁਅਲ ਸਮ ਬ੍ਰੈਕਟ ਸਟਾਰਟ, ਤੇ ਮੈਂ ਲਿਖਿਆ A1। ਹੁਣ ਅਗਲੀ ਚੀਜ਼ ਆ ਜਾਂਦੀ ਹੈ, ਆਪਾਂ ਇੱਥੇ ਤੱਕ ਜੋੜ ਕਰਨਾ ਹੈ, ਇੱਥੇ ਤੱਕ, ਤਾਂ ਆਪਾਂ ਕੀ ਲਿਖਾਂਗੇ ਜੀ G23 ਦੇ ਸਾਹਮਣੇ ਕੀ ਆ ਰਿਹਾ ਸੀ 14। ਪਰ ਜੇ ਇੱਥੇ ਤੁਸੀਂ ਧਿਆਨ ਵਾਲੀ ਗੱਲ ਇੱਕ ਦੇਖਣ ਵਾਲੀ ਇਹ ਵੀ, ਜੋ ਮੈਂ G ਕਰਕੇ ਇੱਥੇ 14 ਲਿਖ ਦੇਣਾ ਹੈ ਤਾਂ ਇਹਨੇ ਇੰਨਾ ਏਰੀਆ ਤਾਂ ਸਿਲੈਕਟ ਕਰ ਲੈਣਾ ਹੈ, ਪਰ ਇੱਥੇ ਦੇਖੋ ਜਿਹੜੀਆਂ 3 ਰਕਮਾਂ ਥੱਲੇ ਰਹਿ ਗਈਆਂ ਜਿਵੇਂ 8 5 ਤੇ 56, ਇਹਨਾਂ ਨੂੰ ਇਹਨੇ ਪਲੱਸ ਨਹੀਂ ਕਰਨਾ, ਤਾਂ ਆਪਾਂ ਇਹ ਵੀ ਵਿੱਚ ਪਲੱਸ ਕਰਨੀ ਹੈ। ਤਾਂ ਆਪਾਂ ਕੀ ਕਰਨਾ ਹੈ, ਫਿਰ ਇੱਥੇ G ਦੇ ਵਿੱਚ 23 ਤੱਕ ਨਹੀਂ ਆਪਾਂ ਸੀਮਿਤ ਰਹਿਣਾ, 23 ਨੂੰ ਉਹਨਾਂ ਦੇ ਬਰਾਬਰ ਇੱਥੇ ਤੱਕ ਆ ਜਾਣਾ, ਯਾਨੀ ਕਿ ਇੱਥੇ ਲਿਖਾਂਗੇ ਜੀ ਆਪਾਂ G17, ਯਾਨੀ ਕਿ ਜੋ ਚੀਜ਼ ਖਾਲੀ ਹੈ ਉਹ 0 ਹੀ ਮੰਨੀ ਜਾਊਗੀ, ਇਹ ਉਹਨੂੰ ਨਹੀਂ ਕਾਊਂਟ ਕਰੂਗਾ, ਉਹ ਤਾਂ 0 ਹੀ ਕਰੂਗਾ। ਤਾਂ ਤੁਸੀਂ ਇੱਥੇ ਲਿਖੋਗੇ G17, ਤਾਂ ਤੁਸੀਂ ਇੱਥੇ ਦੇਖੋ ਸ਼ਿਫਟ ਦੱਬ ਕੇ ਉਹੀ ਫੇਰ ਕਾਲਨ ਤੇ ਅਗਲੀ ਰਕਮ ਜੀ G17। ਦੇਖੋ ਹੁਣ ਤੁਹਾਡੇ ਸਾਹਮਣੇ ਬਾਉਂਡਰੀ ਵਾਲ ਪੂਰੇ ਦਾ ਬਣ ਗਿਆ ਥੱਲੇ ਤੱਕ, ਚਾਹੇ ਵਿੱਚ ਖਾਲੀ ਹੈ ਕੋਈ, ਚਾਹੇ ਉੱਥੇ ਤੁਸੀਂ ਕੁਝ ਲਿਖਿਆ ਹੋਇਆ, ਅਗਰ ਹੋਰ ਥੱਲੇ ਦਾ ਰਕਮ ਹੁੰਦੀ ਤਾਂ ਮੈਂ ਉਹਨੂੰ ਵੀ ਐਡ ਕਰ ਦਿੰਦਾ। ਤਾਂ ਇੱਥੇ ਕਲੋਜ਼ ਕਰੋ, ਉਹਨੂੰ ਬ੍ਰੈਕਟ ਕਲੋਜ਼ ਕਰੋ ਤੇ ਐਂਟਰ ਕਰ ਦਿਓ। ਦੇਖੋ ਜੀ ਵਿਦਿਨ ਸੈਕਿੰਡ ਤੁਹਾਡੇ ਕੋਲ ਚਾਹੇ ਉਹਦੇ 200 ਰਕਮ ਲਿਖੀ ਹੈ, ਚਾਹੇ 500 ਲਿਖੀ ਹੈ, ਚਾਹੇ 20 ਲਿਖੇ ਹੈ, ਤੁਸੀਂ ਇੱਕ ਕਲਿੱਕ ਨਾਲ ਹੀ ਉਹਦਾ ਜੋੜ ਕੱਢ ਲਿਆ। ਤੇ ਇਸ ਜੋੜ ਦੇ ਵਿੱਚ ਹਾਂਜੀ ਆਪਾਂ ਗੱਲ ਕਰਦੇ ਸੀ, ਇਹ ਤੁਹਾਡਾ ਆ ਗਿਆ ਜੀ ਫਾਈਨਲ ਜੋੜ ਕਿ ਟੋਟਲ ਵੈਲਿਊ ਦਾ। ਤੇ ਤੁਸੀਂ ਦੇਖੋ ਇਹਦੇ 'ਚ ਕੋਈ ਵੀ ਬਦਲਾਅ ਕਰੋਗੇ ਉਹੀ ਸੇਮ ਚੀਜ਼ ਆਪਾਂ ਪਿੱਛੇ ਕਰੀ ਸੀ, 20 ਲਿਖਤਾ, ਦੇਖੋ ਮਾਈਨਸ ਹੈ ਤਾਂ ਮਾਈਨਸ ਹੋ ਜਾਊਗਾ। ਅਗਰ ਤੁਸੀਂ 200 500 ਕੁਝ ਵੀ ਲਿਖ ਦੋਗੇ ਤਾਂ ਉੱਥੇ ਉਹ ਚੀਜ਼ ਪਲੱਸ ਹੋ ਜਾਊਗੀ। ਤਾਂ ਇਹ ਚੀਜ਼ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਪਲੱਸ ਕਰ ਲਓ, ਪਲੱਸ ਦੇ ਮੈਂ ਤੁਹਾਨੂੰ ਕਈ ਤਰੀਕੇ ਨਾਲ ਫਾਰਮੂਲੇ ਦੱਸਦੇ ਵੀ ਇਸ ਤਰ੍ਹਾਂ ਕਰ ਸਕਦੇ ਹੋ, ਕਿਸੇ ਹੋਰ ਤਰੀਕੇ ਨਾਲ ਕਰ ਸਕਦੇ ਹੋ, ਤੇ ਇਹ ਤੁਹਾਡੇ ਬੜਾ ਕੰਮ ਆਊਗਾ। ਕਾਪੀ ਪੈਨ ਨਾਲੋਂ ਤੇ ਕੈਲਕੂਲੇਟਰ ਨਾਲੋਂ ਇਹ ਚੀਜ਼ ਕਾਫੀ ਫਾਸਟ ਹੈ, ਤੇ ਕਈ ਤਰੀਕੇ ਇਹਦੇ 'ਚ ਕੰਮ ਕਰਨ ਦੇ, ਜੋੜ ਕਰਨ ਦੇ ਭਾਵ। ਉਸ ਤੋਂ ਬਾਅਦ ਅਗਲੀ ਚੀਜ਼ ਆ ਜਾਂਦੀ ਹੈ ਜੀ ਤੁਹਾਡੇ ਕੋਲ ਜੇ ਮਾਈਨਸ ਕਰਨਾ ਹੋਵੇ, ਫੋਰ ਐਗਜ਼ਾਮਪਲ ਮਾਈਨਸ ਤਾਂ ਦੇਖੋ ਜਦੋਂ ਤੁਸੀਂ ਪਲੱਸ ਦਾ ਫਾਰਮੂਲਾ ਲਾ ਲੈਂਦੇ ਹੋ ਉਹਦੇ ਵਿੱਚ ਤੋਂ ਹੀ ਹੋ ਜਾਂਦਾ ਹੈ, ਪਰ ਅਗਰ ਤੁਸੀਂ ਆਲਰੇਡੀ ਕਿਸੇ 2 ਰਕਮਾਂ ਨੂੰ ਮਾਈਨਸ ਕਰਨਾ ਹੈ ਤਾਂ ਨੈਚੁਰਲੀ ਮਾਈਨਸ ਤਾਂ ਆਪਾਂ 2 ਰਕਮਾਂ ਨੂੰ ਕਰਨਾ ਹੈ। ਫੋਰ ਐਗਜ਼ਾਮਪਲ ਜਿਵੇਂ ਮੇਰੇ ਕੋਲ 1 ਰਕਮ ਹੈ ਇਹ ਤੇ 1 ਰਕਮ ਹੈਗੀ ਇਹ, ਤਾਂ ਮੈਂ ਜਦੋਂ ਪਲੱਸ ਮਾਈਨਸ ਦਾ ਫਾਰਮੂਲਾ ਲੱਗਦਾ ਤਾਂ ਜਿਵੇਂ ਆਪਾਂ ਲਿਖਦੇ ਹਾਂ ਜੀ ਇਕੁਅਲ ਸਮ ਇੱਦਾਂ ਕਰਕੇ। ਤਾਂ ਹੁਣ ਆਪਾਂ ਦੇਖੋ ਖੜੇ ਹਾਂ ਜੀ, ਸਭ ਤੋਂ ਪਹਿਲਾਂ ਦੇਖਣਾ ਜੀ ਆਪਾਂ ਕਿਸ ਲਾਈਨ 'ਚ ਖੜੇ ਹਾਂ। ਜਿਵੇਂ 1 ਰਕਮ ਇਹ ਹੈ, ਇਹਦੀ ਵੈਲਿਊ ਕਿੰਨੀ ਬਣਦੀ ਹੈ ਜੀ, K ਦੇ ਸਾਹਮਣੇ ਜਾ ਕੇ ਇੱਦਾਂ ਇਹ ਬਣਦੀ ਹੈ ਜੀ 6, ਯਾਨੀ ਕਿ ਇਹ ਬਣੂਗਾ K6।
ਸਿੰਪਲੀ ਬਸ ਤੁਸੀਂ ਜਿਹੜਾ ਕੀਬੋਰਡ ਦੇ ਉੱਪਰ ਮਾਈਨਸ ਦਾ ਨਿਸ਼ਾਨ ਹੁੰਦਾ ਇਹ ਵਾਲਾ, ਬਸ ਅਗਲੀ ਆ ਜਾਊਗੀ ਤੁਹਾਡੀ K7 ਬ੍ਰੈਕਟ ਕਲੋਜ਼ ਐਂਟਰ। ਲਓ ਜੀ, ਇਹ ਤੁਹਾਡਾ ਹੋ ਗਿਆ ਮਾਈਨਸ। ਆਮ ਜੇ ਸਿੰਪਲੀ ਆਪਾਂ ਕਿਸੇ ਚੀਜ਼ ਨੂੰ ਕਿਸੇ ਚੋਂ ਮਾਈਨਸ ਕਰਨਾ, ਠੀਕ ਹੈ ਜੀ। ਇਹ ਹੋ ਗਿਆ ਤੁਹਾਡਾ ਮਾਈਨਸ ਦਾ। ਤੋ ਅਗਲੀ ਵੀਡੀਓ ਦੇ ਵਿੱਚ ਜੀ ਆਪਾਂ ਕਰਾਂਗੇ ਜਿਹੜੇ ਹੋਰ ਫਾਰਮੂਲੇ ਆ ਤੇ ਉਹਨਾਂ 'ਚ ਆਪਾਂ ਮਲਟੀਪਲਾਈ ਵੀ ਚਲੋ ਮੈਂ ਦੱਸ ਹੀ ਦਿੰਦਾ ਤੁਹਾਨੂੰ, ਹੁਣੇ ਬਿਲਕੁਲ ਸਿੰਪਲ ਜਿਹਾ ਫਾਰਮੂਲਾ ਹੈ। ਉਹਦੇ ਲਈ ਜੀ ਲਿਖਣਾ ਇਕੁਅਲ ਸਮ, ਉਸੇ ਤਰ੍ਹਾਂ ਬ੍ਰੈਕਟ ਤੇ ਉਹੀ ਸੇਮ ਚੀਜ਼ ਜੋ ਵੈਲਿਊ ਹੈ ਤੁਹਾਡੀ, ਜਿਵੇਂ K6 ਆਪਾਂ ਲਿਖਣਾ ਜੀ K6 ਤੇ ਮਲਟੀਪਲਾਈ ਕਰਨ ਲੱਗਣਾ ਜੀ ਸ਼ਿਫਟ ਦੱਬ ਕੇ ਸਟਾਰ, ਜਿਹੜਾ 8 ਦੇ ਉੱਪਰ ਹੁੰਦਾ ਹੈ, 8 ਵਾਲੇ ਬਟਨ ਨੂੰ ਸ਼ਿਫਟ ਦੱਬ ਕੇ ਕਰੂੰਗਾ ਸਟਾਰ ਤੇ ਅਗਲੀ ਜੋ ਰਕਮ ਹੈ ਤੁਹਾਡੀ K7 ਤੇ ਦੈਨ ਕਲੋਜ਼। ਇਹ ਹੋ ਗਿਆ ਤੁਹਾਡਾ ਮਲਟੀਪਲਾਈ। ਅਗਰ ਤਕਸੀਮ ਕਰਨਾ ਚਾਹੁੰਦੇ ਹੋ ਤੇ ਇੱਥੇ ਲਿਖੋ ਜੀ ਇਕੁਅਲ ਸਮ ਬ੍ਰੈਕਟ ਤੇ ਦੈਨ ਉਹੀ K6 ਤੇ ਆ ਸਲੈਸ਼ ਜਿਹੜਾ ਰਾਈਟ ਹੈਂਡ ਪਾਸੇ ਨੂੰ ਹੈ ਤੇ ਅਗਲੀ ਜੋ ਰਕਮ ਹੈ K7। ਤੋ ਜੀ ਇਹ ਹੋ ਗਿਆ ਤੁਹਾਡਾ ਡਿਵਾਈਡ, ਠੀਕ ਹੈ ਜੀ। ਤੋ ਇਸ ਤਰ੍ਹਾਂ ਆਪਾਂ ਇਹ ਫਾਰਮੂਲੇ 4 ਹੋ ਗਏ ਤੁਹਾਡੇ, ਪਲੱਸ ਮਾਈਨਸ ਗੁਣਾ ਤਕਸੀਮ ਦੇ। ਤੇ ਕੈਲਕੂਲੇਟਰ ਨਾਲ ਤੁਹਾਨੂੰ ਸੌਖਾ ਲੱਗਦਾ ਉੱਥੋਂ ਕਰ ਸਕਦੇ ਹੋ, ਪਰ ਇਹਦੇ 'ਚ ਆਪਸ਼ਨਾਂ ਵੀ ਕਾਫੀ ਹੈ। ਕੈਲਕੂਲੇਟਰ 'ਚ ਇੰਨਾ ਸਾਰਾ ਐਡੀ ਨਾ ਸਕਰੀਨ ਹੈ, ਨਾ ਆਪਸ਼ਨਸ ਹੈ, ਇਹਦੇ 'ਚ ਤੁਸੀਂ ਇਹ ਚੀਜ਼ਾਂ ਬੜੇ ਆਰਾਮ ਨਾਲ ਕਰ ਸਕਦੇ ਹੋ। ਸੋ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਧੰਨਵਾਦ। ਅਗਲੀ ਵੀਡੀਓ ਵਿੱਚ ਜੀ ਆਪਾਂ ਇਹਨਾਂ ਇਨਸਰਟ ਬਾਰੇ, ਡਿਲੀਟ ਬਾਰੇ ਤੇ ਫਾਰਵਰਡ ਬਾਰੇ ਗੱਲ ਕਰਾਂਗੇ, ਸਟੈਪ ਦਰ ਸਟੈਪ। ਇਸੇ ਤਰ੍ਹਾਂ ਵੀਡੀਓ ਬਣਦੀਆਂ ਰਹਿਣਗੀਆਂ। ਕਿਸੇ ਚੀਜ਼ ਬਾਰੇ ਨਾ ਪਤਾ ਲੱਗਦਾ ਹੋਵੇ ਤਾਂ ਡਾਇਰੈਕਟ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਤੁਸੀਂ ਜੋ ਕਮੈਂਟ ਬਾਕਸ ਹੈ ਜਿਹਦੇ ਵਿੱਚ ਬਾਕਸ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਲਿਖਿਓ। ਸੋ ਇੱਥੇ ਤੱਕ ਦੇਖਣ ਲਈ ਵੀਡੀਓ ਤੁਹਾਡਾ ਸਾਰਿਆਂ ਦਾ ਧੰਨਵਾਦ।